चीज़ां अवॉइड करनियां बिल्कुल ही। सॉरी थोड़ी जी हेल्थ मेरी इधर चल रही है, पानी नाल दी नाल पीना पैंदा है। मतलब मेरे ਲਈ ਉਹ ਇੱਕ ਅਚੀਵਮੈਂਟ ਤੋਂ ਘੱਟ ਨਹੀਂ ਹੈਗਾ। ਤੁਸੀਂ ਆਪਣਾ ਕੌਨਫੀਡੈਂਸ ਬਿਲਕੁਲ ਵੀ ਲੂਜ਼ ਨਹੀਂ ਕਰਨਾ, ਕਿਉਂਕਿ ਇਹ ਜੇ ਤੁਸੀਂ ਸਟੂਡੈਂਟ ਹੋ ਤੁਸੀਂ ਦੱਸਣਾ ਹੈ ਕਿ ਮੈਂ ਇੱਦਾਂ ਦੇ ਕੁਐਸਚਨਸ ਪੁੱਛਣਗੇ ਜਿਹਦਾ ਆਨਸਰ ਤੁਸੀਂ ਨਹੀਂ ਦੇ ਸਕਦੇ। ਪੁਲਿਸ ਆਫੀਸਰ ਸੀ ਜਿਹੜੀ ਮੇਬੀ ਕੁਝ ਡਾਊਟ ਹੋਏਗਾ ਮੈਨੂੰ ਕੁਐਸਚਨਸ ਪੁੱਛੇ, ਉਹ ਵਾਲਾ ਡੈਸਕ ਕਿਹੜਾ ਸੀ? ਕਸਟਮ ਵਾਲਾ। ਫਾਈਨ ਪਾ ਸਕਦੇ ਆ ਜਾਂ ਚਾਰजेस ਪਾ ਸਕਦੇ ਆ। ਮੋਸਟਲੀ ਜਿਹੜੇ ਲੋਕਾਂ ਦੇ ਲਗੇਜ ਖੁਲਵਾਏ ਜਾ ਰਹੇ ਸੀ ਦਿੰਦੇ ਆ, ਪਿੰਨੀਆਂ ਭੇਜ ਦਿੰਦੇ ਆ, ਅਚਾਰ ਵਗੈਰਾ, ਜਾਂ ਮਤਲਬ ਗੋਲਡ ਕਹਿ ਸਕਦੇ ਕਿ ਜ਼ਿਆਦਾ ਸੀ ਉਹਨਾਂ ਦੇ ਅਕੋਰਡਿੰਗ। ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵੈਲਕਮ ਬੈਕ ਟੂ ਆਰ ਚੈਨਲ। ਸੋ ਹੱਬੀ ਵਾਈਫ ਢਿੱਲੋਂ ਪੇਜ ਦੇ ਉੱਤੇ ਤੁਹਾਡਾ ਬਹੁਤ ਸਵਾਗਤ ਹੈ। ਸੋ ਗਾਇਸ ਫਿਰ ਤੋਂ ਮੈਂ ਤੁਹਾਡੀ ਰਿਕੁਐਸਟ 'ਤੇ ਹੀ ਨਵਾਂ ਵਲੌਗ ਲੈ ਕੇ ਆਈ ਹਾਂ। ਬਹੁਤ ਹੀ ਜ਼ਿਆਦਾ ਇਨਫੋਰਮੇਟਿਵ ਹੈਗਾ ਆ। ਇਹਦੇ ਵਿੱਚ ਮੈਂ ਆਪਣਾ ਇਮੀਗ੍ਰੇਸ਼ਨ ਦਾ ਜਿਹੜਾ ਵੀ ਐਕਸਪੀਰੀਅੰਸ ਰਿਹਾ, ਜਿਹੜਾ ਵੀ ਮੇਰਾ ਕਸਟਮ ਦਾ ਐਕਸਪੀਰੀਅੰਸ ਰਿਹਾ, ਉਹ ਮੈਂ ਸਾਰਾ ਸ਼ੇਅਰ ਕਰੂੰਗੀ। ਅਤੇ ਕੁਝ ਇੰਪੋਰਟੈਂਟ ਚੀਜ਼ਾਂ ਵੀ ਹੈਗੀਆਂ ਜਿਹੜੀ ਸ਼ੇਅਰ ਕਰਨ ਵਾਲੀਆਂ ਹੈਗੀਆਂ, ਜਿਹੜੀ ਮੈਂ ਤੁਹਾਨੂੰ ਦੱਸੂੰਗੀ ਕਿ ਤੁਸੀਂ ਕੁਝ ਚੀਜ਼ਾਂ ਅਵੋਇਡ ਕਰਨੀਆਂ ਬਿਲਕੁਲ ਹੀ, ਅਤੇ ਕੁਝ ਚੀਜ਼ਾਂ ਜਿਹੜੀ ਤੁਸੀਂ ਫੋਲੋ ਕਰਨੀਆਂ ਹੈ ਤਾਂ ਕਿ ਤੁਹਾਡੀ ਇਮੀਗ੍ਰੇਸ਼ਨ ਜਿਹੜੀ ਆ ਉਹ ਵਧੀਆ ਕਲੀਅਰ ਹੋ ਜਾਏ ਅਤੇ ਕਸਟਮ ਵੀ ਤੁਹਾਡੀ ਕਲੀਅਰ ਹੋ ਜਾਏ। ਕੋਈ ਵੀ ਇੱਦਾਂ ਦੀ ਕੋਈ ਪ੍ਰੋਬਲਮ ਨਾ ਹੋਵੇ ਕਿ ਤੁਹਾਡਾ ਟਾਈਮ ਵੇਸਟ ਨਾ ਹੋਵੇ, ਨਾਲੇ ਈਜ਼ੀਲੀ ਤੁਸੀਂ ਜਿਹੜਾ ਹੈ ਐਗਜ਼ਿਟ ਕਰ ਪਾਓ ਅਤੇ ਕੈਨੇਡਾ ਦੀ ਧਰਤੀ 'ਤੇ ਜਾਂ ਜਿੱਥੇ ਵੀ ਤੁਸੀਂ ਜਾ ਰਹੇ ਹੋ ਉੱਥੇ ਦੀ ਇਮੀਗ੍ਰੇਸ਼ਨ ਤੁਸੀਂ ਕਲੀਅਰ ਕਰ ਸਕੋ। ਸਭ ਤੋਂ ਪਹਿਲਾਂ ਤੁਸੀਂ ਮੇਰੀ ਜਿਹੜੀ ਆ ਪਿੰਡ ਤੋਂ ਲੈ ਕੇ, ਘਰ ਤੋਂ ਲੈ ਕੇ ਕੈਨੇਡਾ ਤੱਕ ਦੀ ਜਿਹੜੀ ਜਰਨੀ ਹੈ, ਮੈਂ ਹੋਪ ਕਰਦੀ ਹਾਂ ਤੁਸੀਂ ਸਾਰਿਆਂ ਨੇ ਉਹ ਵਲੌਗ ਦੇਖਿਆ ਹੋਵੇਗਾ। ਜੇਕਰ ਤੁਸੀਂ ਨਹੀਂ ਦੇਖਿਆ, ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਜ਼ਰੂਰ ਮੈਂਸ਼ਨ ਕਰੂੰਗੀ, ਕਿਉਂਕਿ ਉਹਦੇ ਵਿੱਚ ਮੈਂ ਬਹੁਤ ਸਾਰੀ ਜਿਹੜੀਆਂ ਚੀਜ਼ਾਂ ਸ਼ੇਅਰ ਕੀਤੀਆਂ ਹੈ। ਪੂਰੀ ਮੇਰੀ ਇਮੋਸ਼ਨਲ ਜਰਨੀ ਰਹੀ ਹੈ। ਅਤੇ ਪਲੇਨ ਦੇ ਵਿੱਚ ਕਿਉਂਕਿ ਮੇਰਾ ਪਹਿਲਾ ਸਫ਼ਰ ਸੀ ਪਲੇਨ ਦਾ, ਅਤੇ ਕਿੰਨੇ ਸਾਰੇ ਮੇਰੇ ਭਰਾ ਭੈਣ ਹੋਣਗੇ ਜਿਨ੍ਹਾਂ ਦਾ ਪਹਿਲਾ ਸਫ਼ਰ ਹੋਏਗਾ ਜਾਂ ਸਟੂਡੈਂਟ ਵੀਜ਼ਾ 'ਤੇ ਜਾਂ ਕਿਸੇ ਵੀ ਤਰੀਕੇ 'ਤੇ ਕੈਨੇਡਾ ਆਉਣਗੇ ਅਤੇ ਬਹੁਤ ਜਲਦੀ ਆਉਣ ਵਾਲੇ ਹੈਗੇ ਆ। ਸੋ ਉਹ ਵਲੌਗ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਹੈਲਪਫੁਲ ਹੋ ਸਕਦਾ ਆ। ਤਾਂ ਕਿ ਮੇਰੀ ਜਰਨੀ ਸਟਾਰਟ ਹੁੰਦੀ ਆ, ਕੈਨ ਯੂ ਬਲੀਵ ਕਿ ਅੱਜ ਤੱਕ ਮਤਲਬ ਬਹੁਤ ਜ਼ਿਆਦਾ ਆਪਣੇ ਆਪ ਨੂੰ ਮੈਂ ਸਟਰੋਂਗ ਵੀ ਫੀਲ ਕਰਦੀ ਹਾਂ। ਬਹੁਤ ਜ਼ਿਆਦਾ ਮੈਨੂੰ ਮਤਲਬ ਕਈ ਵਾਰੀ ਲੱਗਦਾ, ਮੈਨੂੰ ਇੰਦਰ ਵੀ ਕਹਿੰਦੇ ਕਿ ਤੂੰ ਬਹੁਤ ਬਰੇਵ ਆ, ਅਤੇ ਘਰ ਦੇ ਵੀ ਕਹਿੰਦੇ ਆ, ਬਟ ਮੈਨੂੰ ਯਕੀਨ ਨਹੀਂ ਹੁੰਦਾ ਸੀ ਪਹਿਲਾਂ। ਬਟ ਹੁਣ ਮੈਨੂੰ ਆਪਣੀ ਪੂਰੀ ਜਿੱਦਾਂ ਇੱਥੋਂ ਤੱਕ ਦੀ ਜਰਨੀ ਦੇਖ ਕੇ ਮੈਨੂੰ ਵੀ ਲੱਗਦਾ ਕਿ ਸ਼ਾਇਦ ਮੈਂ ਸੱਚੀ ਬਰੇਵ ਹੈਗੀ ਆ। ਤੁਸੀਂ ਇਮੈਜਿਨ ਕਰੋ ਕਿ ਜਿਹੜੀ ਕੁੜੀ ਨੇ ਕਲੋਨੀ ਤੋਂ ਇਕੱਲੇ ਪੈਰ ਨਹੀਂ ਬਾਹਰ ਧਰਿਆ ਹੋਣਾ, ਉਹ ਇਕੱਲੀ ਕੈਨੇਡਾ ਆ ਜਾਂਦੀ ਹੈ ਅਤੇ ਸਭ ਕੁਛ ਇਕੱਲੇ ਮੈਨੇਜ ਕਰਦੀ ਆ। ਮਤਲਬ ਮੇਰੇ ਲਈ ਉਹ ਇੱਕ ਅਚੀਵਮੈਂਟ ਤੋਂ ਘੱਟ ਨਹੀਂ ਹੈਗਾ। ਸੋ ਕੁੜੀਓ ਸਟਰੋਂਗ ਬਣ ਕੇ ਅਸੀਂ ਆਪਣੇ ਸੁਪਨੇ ਪੂਰੇ ਕਰ ਸਕਦੇ ਹਾਂ ਆਪਣੀ ਇਮੀਗ੍ਰੇਸ਼ਨ ਦੀ ਜਰਨੀ ਦੇ ਉੱਤੇ। ਟਰਸਟ ਮੀ, ਜਦੋਂ ਮੈਨੂੰ ਮਤਲਬ ਦਿੱਲੀ ਇਮੀਗ੍ਰੇਸ਼ਨ ਹੋਣੀ ਸੀ ਅਤੇ ਕੈਨੇਡਾ ਇਮੀਗ੍ਰੇਸ਼ਨ ਹੋਣੀ ਸੀ, ਮਤਲਬ ਜਿੱਦਾਂ ਮੈਨੂੰ ਦੱਸਿਆ ਗਿਆ ਸੀ, ਕਿਉਂਕਿ ਮੇਰੀ ਪਹਿਲੀ ਜਰਨੀ ਸੀ, ਤਾਂ ਮੈਂ ਨਾਲ ਕਾਲ 'ਤੇ ਨਾਲ ਇੰਦਰ ਨਾਲ ਹਰ ਕੁਛ ਡਿਸਕਸ ਕਰ ਰਹੀ ਸੀ ਕਿ ਨੈਕਸਟ ਸਟੈਪ ਮੈਂ ਕੀ ਕਰਾਂ, ਅੱਗੇ ਕੀ ਕਰਾਂ, ਅੱਗੇ ਕਿੱਦਾਂ ਕਰਾਂ। ਅਤੇ ਥੋੜ੍ਹੀ ਜਿਹੀ ਟੈਨਸ਼ਨ ਵੀ ਸੀ ਅਤੇ ਮੈਨੂੰ ਐਕਸਾਈਟਮੈਂਟ ਵੀ ਸੀ ਕਿ ਨੈਕਸਟ ਸਟੈਪ ਕੀ ਹੋਊਗਾ ਅਤੇ ਮੈਂ ਕਿੱਦਾਂ ਮੈਨੇਜ ਕਰਨਾ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਗੱਲ ਦੱਸ ਦੇਵਾਂ ਕਿ ਤੁਸੀਂ ਕਿਤੇ ਵੀ ਜਾਂਦੇ ਹੋ, ਮੇਨਲੀ ਤੁਸੀਂ ਜੇ ਕੈਨੇਡਾ ਆਉਣਾ ਹੈ ਜਾਂ ਤੁਸੀਂ ਆਊਟ ਆਫ ਕੰਟਰੀ ਆਪਣੀ ਜਾਂਦੇ ਹੋ, ਬੀ ਕੌਨਫੀਡੈਂਟ। ਤੁਸੀਂ ਆਪਣਾ ਕੌਨਫੀਡੈਂਸ ਬਿਲਕੁਲ ਵੀ ਲੂਜ਼ ਨਹੀਂ ਕਰਨਾ, ਕਿਉਂਕਿ ਹੋ ਜਾਂਦਾ ਸਾਨੂੰ ਵੀ ਕਿ ਆਪਾਂ ਇਕੱਲੇ ਹਾਂ, ਉਹਨਾਂ ਨੇ ਕੀ ਕੁਐਸਚਨ ਪੁੱਛਣੇ, ਆਪਾਂ ਕਿੱਦਾਂ ਆਨਸਰ ਕਰਾਂਗੇ, ਕਿ ਇਹ ਸਭ ਸਾਡੇ ਦਿਮਾਗ 'ਚ ਚੱਲਦਾ ਆ, ਇਹ ਨੈਚੁਰਲ ਆ। ਬਟ ਬੀ ਕੌਨਫੀਡੈਂਟ, ਬੀ ਯੋਰਸੈਲਫ, ਕਿ ਮਤਲਬ ਤੁਸੀਂ ਪ੍ਰੂਵ ਕਰਨਾ ਆਪਣੇ ਆਪ ਨੂੰ, ਤੁਸੀਂ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਨਾ, ਤੁਸੀਂ ਆਪਣੇ ਆਪ ਨੂੰ ਦੱਸਣਾ ਹੈ ਕਿ ਹਾਂਜੀ ਮੈਂ ਇਹ ਹਾਂ, ਮੈਂ ਇਹ। ਜੇ ਤੁਸੀਂ ਸਟੂਡੈਂਟ ਹੋ ਤੁਸੀਂ ਦੱਸਣਾ ਹੈ ਕਿ ਮੈਂ ਸਟੱਡੀ ਕਰਨ ਚੱਲੇ ਹਾਂ, ਜਾਂ ਜੇ ਤੁਸੀਂ ਵਰਕਰ ਹੋ ਤੁਸੀਂ ਕਹੋਗੇ ਮੈਂ ਇੱਥੇ ਕੰਮ ਕਰਨਾ, ਜਾਂ ਵਿਜ਼ਿਟਰ ਵੀ ਚੱਲੇ ਹਾਂ ਆਪਾਂ, ਤੁਸੀਂ ਨੋਰਮਲੀ ਦੱਸਣਾ ਹੈ ਕਿ ਹਾਂ ਜੇ ਉਹ ਪੁੱਛਦੇ ਆ ਕੁਐਸਚਨਸ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਇਹੋ ਜਿਹੀ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ ਕਿ ਤੁਹਾਨੂੰ ਉਹ ਮਤਲਬ ਮੀਨਸ ਕਿ ਕੁਛ ਇੱਦਾਂ ਦੇ ਕੁਐਸਚਨਸ ਪੁੱਛਣਗੇ ਜਿਹਦਾ ਆਨਸਰ ਤੁਸੀਂ ਨਹੀਂ ਦੇ ਸਕਦੇ। ਇੱਦਾਂ ਦਾ ਕੁਛ ਨਹੀਂ ਹੈਗਾ। ਤੁਹਾਨੂੰ ਉਹ ਨੋਰਮਲ ਕੁਐਸਚਨਸ ਪੁੱਛਦੇ ਹੈਗੇ ਜਿਹੜੇ ਤੁਹਾਡੇ ਲਾਈਫ ਤੋਂ ਰਿਲੇਟਡ ਹੈਗੇ ਆ, ਜਿਹੜੇ ਤੁਹਾਡੇ ਵੀਜ਼ਾ ਤੋਂ ਰਿਲੇਟਡ ਹੈਗੇ ਆ, ਉਹਦੇ ਤੁਸੀਂ ਕੌਨਫੀਡੈਂਟਲੀ ਜਿਹੜੇ ਆਨਸਰਸ ਦੇਣੇ ਹੁੰਦੇ ਆ। ਹਾਂ, ਜੇਕਰ ਤੁਸੀਂ ਕੌਨਫੀਡੈਂਟਲੀ ਆਨਸਰ ਨਹੀਂ ਦਿੰਦੇ, ਫਿਰ ਉਹਨਾਂ ਨੂੰ ਡਾਊਟ ਹੋ ਸਕਦਾ ਕਿ ਮੇਬੀ ਜਿਹੜਾ ਪ੍ਰੈਜ਼ੈਂਟ ਨਹੀਂ ਕਰ ਰਿਹਾ, ਮੇਬੀ ਉਹਦੀ ਫਾਈਲ ਜਿਹੜੀ ਆ ਫੇਕ ਹੋ ਸਕਦੀ ਆ, ਜਾਂ ਮੇਬੀ ਕੁਛ ਗੜਬੜ ਹੋ ਸਕਦੀ ਹੈ, ਜਿਹੜਾ ਬੰਦਾ ਘਬਰਾ ਰਿਹਾ ਆ। ਸਾਡੇ ਸਾਹਮਣੇ ਵੀ ਕੋਈ ਇੱਦਾਂ ਦਾ ਬੰਦਾ ਆ ਜਾਂਦਾ, ਮੰਨ ਲਓ ਉਹਨੂੰ ਵੀ ਆਪਾਂ ਕੁਐਸਚਨ ਪੁੱਛਦੇ ਹਾਂ, ਜੇ ਡਰਦੇ ਡਰਦੇ, ਉਹ ਨੈਚੁਰਲ ਆ, ਆਪਾਂ ਡਰਦੇ ਹੁੰਦੇ ਆ। ਨੋਰਮਲੀ ਤੁਸੀਂ ਨੋਰਮਲ ਤਰੀਕੇ ਨਾਲ ਉਹਨਾਂ ਨਾਲ ਗੱਲ ਕਰਨੀ ਹੈਗੀ ਆ। ਇਹ ਤੋਂ ਬਾਅਦ ਮੈਂ ਆਪਣਾ ਐਕਸਪੀਰੀਅੰਸ ਸ਼ੇਅਰ ਹਾਂ। ਜਦੋਂ ਮੇਰੀ ਇਮੀਗ੍ਰੇਸ਼ਨ ਹੋਈ ਸੀ ਦਿੱਲੀ ਵੀ ਅਤੇ ਕੈਨੇਡਾ ਵੀ, ਟਰਸਟ ਮੀ ਮੈਨੂੰ ਉਹਨਾਂ ਨੇ ਕੁਛ ਨਹੀਂ ਪੁੱਛਿਆ ਲੱਕੀਲੀ। ਮਤਲਬ ਇੱਦਾਂ ਦੇ ਕੋਈ ਖਾਸ ਕੁਐਸਚਨਸ ਨਹੀਂ ਪੁੱਛੇ। ਦਿੱਲੀ ਤਾਂ ਬਿਲਕੁਲ ਵੀ ਨਹੀਂ ਪੁੱਛਿਆ, ਕਿਉਂਕਿ ਬਹੁਤ ਜ਼ਿਆਦਾ ਰਸ਼ ਵੀ ਸੀ ਅਤੇ ਕੁਛ ਲੱਕ ਵੀ ਆਪਣਾ ਹੁੰਦਾ ਆ। ਜੇਕਰ ਪੁੱਛਦੇ ਵੀ ਤਾਂ ਆਪਾਂ ਜਵਾਬ ਦੇ ਸਕਦੇ ਹਾਂ, ਸਾਰੇ ਡਾਕੂਮੈਂਟਸ ਮੇਰੇ ਕੋਲ ਸੀ, ਮੈਂ ਪ੍ਰੀਪੇਅਰ ਹੋ ਕੇ ਗਈ ਸੀ ਕਿ ਜੇ ਉਹਨਾਂ ਨੇ ਇਹ ਕੁਐਸਚਨ ਪੁੱਛਿਆ ਤਾਂ ਮੈਂ ਮਤਲਬ ਪਤਾ ਹੀ ਸੀ ਸਾਰਾ ਕੁਛ ਆਪਣੇ ਬਾਰੇ, ਆਪਣੀ ਮਤਲਬ ਫਾਈਲ ਦੇ ਬਾਰੇ। ਸੋ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ।
ਆ ਜਾਂਦੀ ਹੈ ਗੱਲ ਕੈਨੇਡਾ ਦੀ। ਜਦੋਂ ਮੈਂ ਲੈਂਡ ਹੋਈ ਸੀ ਤੇ ਮੈਨੂੰ ਵੀ ਇੰਨੇ ਜ਼ਿਆਦਾ ਕੁਐਸਚਨ ਨਹੀਂ ਪੁੱਛੇ। ਉਹਨਾਂ ਨੇ ਜੋ ਜੋ ਡਾਕੂਮੈਂਟਸ ਮੰਗੇ ਉਹ ਮੈਂ ਨਾਲ ਦੀ ਨਾਲ ਸ਼ੋਅ ਕਰਤੇ। ਇਸ ਤੋਂ ਬਾਅਦ ਮੈਂ ਖੁਸ਼ ਹੋ ਗਈ ਕਿ ਹਾਂ ਬਈ ਬਹੁਤ ਜਲਦੀ ਮੇਰੀ ਇਮੀਗ੍ਰੇਸ਼ਨ ਹੋ ਗਈ ਆ। ਬਹੁਤ ਜ਼ਿਆਦਾ ਮੇਰੇ ਸ਼ਾਇਦ ਕਿਸੇ ਵਲੌਗ ਦੇ ਵਿੱਚ ਬੋਲਦੇ ਹੋਏ ਵੀ ਦੇਖਿਆ ਹੋਏਗਾ ਕਿ ਇਮੀਗ੍ਰੇਸ਼ਨ ਮੇਰਾ ਐਕਸਪੀਰੀਅੰਸ ਥੋੜ੍ਹਾ ਜਿਹਾ ਬੈਡ ਰਿਹਾ ਹੈਗਾ। ਉਹ ਮੈਂ ਤੁਹਾਨੂੰ ਅੱਗੇ ਦੱਸ ਰਹੀ ਹਾਂ ਕੀ ਹੋਇਆ ਇੱਥੋਂ ਤੱਕ, ਬਟ ਸਾਰਾ ਕੁਝ ਸਹੀ ਸੀ। ਸੋ ਇਮੀਗ੍ਰੇਸ਼ਨ ਤੱਕ ਦਾ ਸਫ਼ਰ ਮੇਰਾ ਬਹੁਤ ਵਧੀਆ ਰਿਹਾ। ਮੈਂ ਮਤਲਬ ਨਾਲ ਦੀ ਨਾਲ ਫ਼ੋਨ ਵੀ ਕਰਤਾ ਸੀ ਵਾਈਫਾਈ ਕਨੈਕਟ ਕਰਕੇ ਕਿ ਸਾਰਾ ਕੁਝ ਵਧੀਆ ਹੋ ਗਿਆ। ਜਦੋਂ ਮੈਂ ਆਪਣੇ ਲਗੇਜ ਕਲੈਕਟ ਕਰ ਰਹੀ ਸੀ, ਇੱਕ ਬੈਗ ਮੇਰੇ ਕੋਲ ਆਲਰੇਡੀ ਹੈਗਾ ਸੀ, ਦੂਜਾ ਬੈਗ ਮੈਂ ਲੈ ਲਿਆ ਸੀ, ਤੀਜਾ ਬੈਗ ਮੇਰਾ ਰਹਿ ਗਿਆ ਸੀ ਤੇ ਉਹਨੂੰ ਬਹੁਤ ਜ਼ਿਆਦਾ ਟਾਈਮ ਲੱਗ ਗਿਆ। ਨਾਲ ਦੇ ਨਾਲ ਕੀ ਹੁੰਦਾ, ਨਾਲ ਦੀ ਨਾਲ ਮੈਂ ਇੰਦਰ ਦੇ ਨਾਲ ਕਾਲ 'ਤੇ ਸੀ, ਮੈਂ ਦੱਸਦੀ ਸੀ ਕਿ ਇੱਦਾਂ ਇੱਦਾਂ ਹੋ ਗਿਆ, ਮੇਰਾ ਇਮੀਗ੍ਰੇਸ਼ਨ ਕਲੀਅਰ ਹੋ ਗਿਆ, ਇੰਨਾ ਸਭ ਕੁਝ ਹੋ ਗਿਆ। ਅਤੇ ਜਿੱਦਾਂ ਹੀ ਮੈਂ ਬੈਗ ਆਪਣਾ ਲੈ ਕੇ ਬਾਹਰ ਨੂੰ ਨਿਕਲਣ ਲੱਗਦੀ ਹਾਂ ਅਤੇ ਉੱਥੇ ਇੱਕ ਪੁਲਿਸ ਆਫਿਸਰ ਸੀ ਜਿਹੜੀ ਮੈਨੂੰ ਮਤਲਬ ਕਾਫੀ ਮੈਨੂੰ ਲੱਗਦਾ ਕਿ ਸ਼ਾਇਦ ਓਬਜ਼ਰਵ ਕਰ ਰਹੀ ਹੋਏਗੀ ਅਤੇ ਉਹਨੂੰ ਮੇ ਬੀ ਕੁਛ ਡਾਊਟ ਹੋਏਗਾ ਜਾਂ ਉੱਦਾਂ ਹੀ। ਤੁਸੀਂ ਧਿਆਨ ਰੱਖਿਓ ਕਿ ਏਅਰਪੋਰਟ 'ਤੇ ਹੀ ਮਤਲਬ ਰੈਂਡਮਲੀ ਲੋਕਾਂ ਨੂੰ ਉਹ ਚੂਜ਼ ਕਰਦੇ ਹੁੰਦੇ ਆ ਅਤੇ ਕੁਛ ਵੀ ਕੁਐਸਚਨਸ ਜਿਹੜੇ ਆ ਉਹ ਪੁੱਛ ਸਕਦੇ ਆ। ਸੋ ਮੇਰੇ ਕੋਲ ਆਈ, ਉਹਨੇ ਮੈਨੂੰ ਕੁਐਸਚਨਸ ਪੁੱਛੇ, ਮੇਰਾ ਪਾਸਪੋਰਟ ਵਗੈਰਾ, ਮੇਰਾ ਵੀਜ਼ਾ ਵਗੈਰਾ ਸਾਰਾ ਕੁਛ ਮੇਰੀ ਡਿਟੇਲਸ ਲਈਆਂ। ਅਤੇ ਉਸ ਤੋਂ ਬਾਅਦ ਉਹਨੇ ਕੀ ਕੀਤਾ, ਜਿਹੜਾ ਮੇਰਾ ਬੋਰਡਿੰਗ ਪਾਸ ਸੀ, ਆਈ ਗੈਸ ਮੈਨੂੰ ਯਾਦ ਨਹੀਂ ਹੈਗਾ, ਸ਼ਾਇਦ ਬੋਰਡਿੰਗ ਪਾਸ 'ਤੇ ਹੀ ਉਹਨੇ ਕੁਛ ਮਾਰਕ ਲਾ ਕੇ ਮੈਨੂੰ ਦੱਸਤਾ ਕਿ ਤੁਸੀਂ ਅੱਗੇ ਜਾਣਾ ਹੈ। ਮੈਨੂੰ ਲੱਗਿਆ ਸ਼ਾਇਦ ਉਹ ਮੇਰੀ ਹੈਲਪ ਕਰ ਰਹੀ ਹੋਏਗੀ। ਮੈਂ ਖੁਸ਼, ਮੈਂ ਕਿਹਾ ਹਾਂ ਚਲੋ ਠੀਕ ਹੈ, ਮੈਂ ਠੀਕ ਚਲੀ ਜਾਂਦੀ ਹਾਂ। ਜਦੋਂ ਮੈਂ ਐਗਜ਼ਿਟ, ਮੈਨੂੰ ਲੱਗਿਆ ਕਿ ਸ਼ਾਇਦ ਹੁਣ ਐਗਜ਼ਿਟ ਕਰਨਾ ਹੋਏਗਾ। ਸੋ ਜਦੋਂ ਮੈਂ ਐਗਜ਼ਿਟ ਕਰਨ ਲੱਗੀ ਅਤੇ ਫਿਰ ਉੱਥੇ ਪੁਲਿਸ ਆਫਿਸਰ ਸੀ, ਉਹਨੇ ਮੇਰੇ ਡਾਕੂਮੈਂਟ ਸਾਰੇ ਕੁਛ ਦੇਖੇ ਅਤੇ ਉਹਨੇ ਪੁੱਛਿਆ ਕਿ ਤੁਸੀਂ ਉਸ ਡੈਸਕ 'ਤੇ ਗਏ ਹੋ? ਮੈਂ ਕਿਹਾ ਨਹੀਂ, ਮੈਨੂੰ ਕਿਸੇ ਨੇ ਦੱਸਿਆ ਨਹੀਂ ਜਾਣ ਲਈ। ਸੋ ਕਹਿੰਦੇ ਤੁਸੀਂ ਉੱਥੇ ਜਾਓ। ਅਤੇ ਉਹ ਵਾਲਾ ਡੈਸਕ ਕਿਹੜਾ ਸੀ? ਕਸਟਮ ਵਾਲਾ। ਟਰਸਟ ਮੀ, ਉੱਥੇ ਜਦੋਂ ਮੈਂ ਗਈ, ਮੈਨੂੰ ਹੁਣ ਤੱਕ ਪਤਾ ਨਹੀਂ ਸੀ ਕਿ ਕੀ ਹੁੰਦਾ ਕਸਟਮ। ਨੋਰਮਲੀ ਪਤਾ ਸੀ ਕਿ ਮਤਲਬ ਜਿਹੜੀ ਚੀਜ਼ਾਂ ਤੁਸੀਂ ਲੈ ਕੇ ਆਉਂਦੇ ਹੋ ਇੰਡੀਆ ਤੋਂ ਜਾਂ ਕਿਤੇ ਵੀ ਤੁਸੀਂ ਕੰਟਰੀ 'ਤੇ, ਜਿਹੜੀ ਵੀ ਕੰਟਰੀ 'ਤੇ ਲੈਂਡ ਕਰਦੇ ਹੋ, ਉਹ ਤੁਹਾਨੂੰ ਤੁਹਾਡੀ ਚੀਜ਼ਾਂ ਜਿਹੜੀ ਤੁਸੀਂ ਲੈ ਕੇ ਆਉਂਦੇ ਹੋ, ਜਿਹੜੀਆਂ ਬ੍ਰੈਂਡ ਨਿਊ ਹੋ ਸਕਦੀਆਂ, ਜਿਹੜੀ ਬਲਕ ਵਿੱਚ ਹੋ ਸਕਦੀਆਂ, ਉਹਦੇ ਬਾਰੇ ਕੁਐਸਚਨਸ ਕਰ ਸਕਦੀਆਂ ਕਿ ਤੁਸੀਂ ਇਹ ਸਮਾਨ ਤੁਹਾਡਾ ਕੀ ਆ, ਮਤਲਬ ਤੁਹਾਡੇ ਲਗੇਜ ਵਗੈਰਾ ਖੁਲਵਾ ਕੇ ਸਾਰਾ ਕੁਛ ਦੇਖ ਸਕਦੇ ਕਿ ਆਹ ਚੀਜ਼ ਕੀ ਆ। ਅਤੇ ਉਹਦੇ ਵਿੱਚ ਕੀ ਹੁੰਦਾ, ਜਾਂ ਤਾਂ ਤੁਸੀਂ ਪਾਸ ਹੁੰਦੇ ਹੋ, ਨਿਕਲ ਜਾਂਦੇ ਹੋ, ਜਾਂ ਤੁਹਾਡੀ ਉਹ ਚੀਜ਼ਾਂ ਜੇ ਉਹਨਾਂ ਨੂੰ ਕੁਛ ਡਾਊਟ ਲੱਗਦਾ ਆ ਅਤੇ ਉਹ ਚੱਕ ਕੇ ਉਹ ਗਾਰਬੇਜ ਕਰ ਦਿੰਦੇ ਆ, ਜਾਂ ਉਹ ਕੀ ਕਰਦੇ ਆ, ਤੁਹਾਨੂੰ ਫਾਈਨ ਪਾ ਸਕਦੇ ਆ ਜਾਂ ਚਾਰਜਸ ਪਾ ਸਕਦੇ ਆ। ਸੋ ਮੈਂ ਉੱਥੇ ਡਰ ਗਈ ਕਿ ਹੋਣਾ ਕੀ ਸੀ ਮੇਰੇ ਨਾਲ ਨੈਕਸਟ। ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਦੇਖਦੇ ਹਾਂ। ਨਾਲ ਦੀ ਨਾਲ ਮੈਂ ਕਾਲ 'ਤੇ ਸੀ, ਮੈਂ ਦੱਸਿਆ ਕਿ ਇੱਦਾਂ ਇੱਦਾਂ ਜਾਣਾ। ਮੈਨੂੰ ਨਹੀਂ ਪਤਾ ਸੀ, ਇੱਥੋਂ ਤੱਕ ਮੈਨੂੰ ਨਹੀਂ ਪਤਾ ਸੀ ਕਿ ਕਸਟਮ ਅੱਗੇ ਕੀ ਹੋਣ ਵਾਲਾ ਹੈ। ਜਦੋਂ ਮੈਂ ਉੱਥੇ ਗਈ ਇੱਕ ਤਾਂ ਮੈਂ ਬਹੁਤ ਜ਼ਿਆਦਾ ਥੱਕੀ ਹੋਈ ਸੀ ਅਤੇ ਜਦੋਂ ਮੈਂ ਪਹੁੰਚੀ ਉੱਥੇ ਬਹੁਤ ਲੰਬੀ ਜਿਹੜੀ ਆ ਲਾਈਨ ਲੱਗੀ ਹੋਈ ਸੀ ਲੋਕਾਂ ਦੀ। ਇੱਕ ਤਾਂ ਮੈਂ ਟਾਇਰਡ, ਉੱਪਰੋਂ ਮੈਨੂੰ ਇਹ ਟੈਨਸ਼ਨ ਸੀ ਕਿ ਹੁਣ ਕੀ ਹੋਊਗਾ, ਨੈਕਸਟ ਕੀ, ਕਸਟਮ 'ਚ ਕੁਛ ਵੀ ਹੋ ਸਕਦਾ ਸੀ। ਅਤੇ ਮੈਂ ਅੱਗੇ ਉਹ ਲੋਕਾਂ ਨੂੰ ਦੇਖ ਰਹੀ ਸੀ ਕਿ ਉਹਨਾਂ ਦੇ ਕੀ ਕਰ ਰਹੀ ਸੀ। ਕਈਆਂ ਦੇ ਲਗੇਜ ਉਹ ਪੂਰੇ ਪੂਰੇ ਖੁਲਵਾ ਕੇ, ਕਈ ਤਾਂ ਨੋਰਮਲੀ ਲੰਘੀ ਜਾ ਰਹੇ ਸੀ ਅਤੇ ਉਹਨਾਂ ਦਾ ਮਤਲਬ ਉਹ ਪਾਸ ਵਗੈਰਾ ਜਾਂ ਸਾਰਾ ਕੁਛ ਡਾਕੂਮੈਂਟਸ ਦੇਖ ਕੇ ਅੱਗੇ ਪਾਸ ਕਰੀ ਜਾ ਰਹੇ ਸੀ ਅਤੇ ਉੱਥੋਂ ਹੀ ਐਗਜ਼ਿਟ ਹੋ ਜਾਣਾ ਸੀ। ਅਤੇ ਕਈਆਂ ਨਾਲ ਬਹੁਤ ਜ਼ਿਆਦਾ ਮਾੜੀ ਹੋ ਰਹੀ ਸੀ। ਮਾੜੀ ਕਿੱਦਾਂ ਹੋ ਰਹੀ ਸੀ ਕਿ ਉਹਨਾਂ ਦਾ ਲਗੇਜ ਖੁਲਵਾ ਕੇ ਇਕੱਲੀ ਇਕੱਲੀ ਚੀਜ਼ ਜਿਹੜੀ ਆ ਦੇਖੀ ਜਾ ਰਹੀ ਸੀ ਅਤੇ ਕਈ ਚੀਜ਼ਾਂ ਉਹਨਾਂ ਦੀ ਇੱਦਾਂ ਦੀ ਸੀ ਜਿਹੜੀ ਕੱਢ ਕੇ ਉਹਨਾਂ ਨੇ ਗਾਰਬੇਜ ਕਰ ਦਿੱਤੀਆਂ। ਸੋ ਮੈਂ ਬਹੁਤ ਜ਼ਿਆਦਾ ਘਬਰਾ ਗਈ ਕਿ ਕੀ ਹੋਏਗਾ। ਇੰਨੇ ਨੂੰ ਅੱਗੇ ਜਿਹੜੇ ਆ ਮੋਸਟਲੀ ਕੀ ਹੋ ਰਿਹਾ ਸੀ, ਜਿੰਨੇ ਵੀ ਡੈਸਕ ਸੀ ਉੱਥੇ ਮੋਸਟਲੀ ਜਿਹੜੇ ਲੋਕਾਂ ਦੇ ਲਗੇਜ ਖੁਲਵਾਏ ਜਾ ਰਹੇ ਸੀ ਉਹ ਕੌਣ ਸੀ? ਇੰਡੀਅਨ ਸੀ। ਇਹਨਾਂ ਨੂੰ ਪਤਾ ਹੁੰਦਾ ਕਿ ਇੰਡੀਅਨਸ ਹੈਗੇ ਆ, ਪੰਜਾਬ ਤੋਂ ਆ ਰਹੇ ਆ, ਮੇ ਬੀ ਮੈਰਿਡ ਗਰਲਸ ਹੈਗੀਆਂ, ਉਹਨਾਂ ਕੋਲ ਜੂਲਰੀ ਹੋਣੀ ਆ। ਜਿੱਦਾਂ ਸਾਡੇ ਲੋਕ ਹੁੰਦੇ ਆ, ਆਪਣੀ ਮੰਨ ਲਓ ਕਿ ਪਿਆਰ ਹੁੰਦਾ ਹੈ ਸਾਡੇ ਮਾਂ ਪਿਓ ਦਾ, ਸਾਡੇ ਰਿਸ਼ਤੇਦਾਰਾਂ ਦਾ, ਕਿ ਉਹ ਪੰਜੀਰੀ ਭੇਜ ਦਿੰਦੇ ਆ, ਪਿੰਨੀਆਂ ਭੇਜ ਦਿੰਦੇ ਆ, ਅਚਾਰ ਵਗੈਰਾ, ਜਾਂ ਹੋਰ ਸਾਡੀ ਜਿਹੜੀ ਫੇਵਰੇਟ ਆਈਟਮਸ ਹੈਗੀਆਂ ਆਪਾਂ ਲੈ ਕੇ ਆਉਂਦੇ ਹਾਂ। ਫਸਟ ਟਾਈਮ ਲੈ ਕੇ ਆਉਂਦੇ ਹਾਂ, ਜਦੋਂ ਫਸਟ ਟਾਈਮ ਆਪਾਂ ਆਉਂਦੇ ਹਾਂ ਸਾਨੂੰ ਨਹੀਂ ਪਤਾ ਹੁੰਦਾ ਕਿ ਇਹ ਚੀਜ਼ਾਂ ਉੱਥੇ ਮਿਲਣਗੀਆਂ। ਇਹਨੂੰ ਰਿਲੇਟਿਵਸ ਨੇ ਜਿਹੜੇ ਆਲਰੇਡੀ ਇੱਥੇ ਹੈਗੇ ਸੀ, ਉਹਨਾਂ ਨੇ ਦੱਸਤਾ ਸੀ ਕਿ ਅਚਾਰ ਵਗੈਰਾ, ਪਿੰਨੀਆਂ ਵਗੈਰਾ ਇੱਦਾਂ ਦੀ ਕੋਈ ਚੀਜ਼ ਤੁਸੀਂ ਨਾ ਲੈ ਕੇ ਆਇਓ ਕਿਉਂਕਿ ਸਾਰਾ ਕੁਝ ਇੱਥੇ ਮਿਲ ਜਾਂਦਾ ਆ। ਤੁਸੀਂ ਰਾਸ਼ਨ ਪਾਣੀ ਦਾ ਜੋ ਵੀ ਸਮਾਨ ਹੈਗਾ ਉਹ ਨਾ ਲੈ ਕੇ ਆਇਓ ਬਿਲਕੁਲ ਵੀ। ਸੋ ਮੈਂ ਵੀ ਥੋੜ੍ਹੀ ਜਿਹੀ ਡਰੀ ਹੋਈ ਸੀ। ਘਰਦਿਆਂ ਨੂੰ ਵੀ ਇਹ ਸੀ ਕਿ ਚਲੋ ਫਸਟ ਟਾਈਮ ਆਉਣਾ ਆ ਅਤੇ ਨਹੀਂ ਲੈ ਕੇ ਆਉਣਾ। ਗੋਲਡ ਵਗੈਰਾ ਵੀ ਮੈਂ ਬਿਲਕੁਲ ਨਹੀਂ ਲੈ ਕੇ ਆਈ ਸੀ, ਜਿਹੜਾ ਮੈਂ ਵੀਅਰ ਕੀਤਾ ਹੋਇਆ ਸੀ ਮੈਂ ਉਹੀ ਲੈ ਕੇ ਆਈ ਸੀ। ਬਟ ਮੈਂ ਕੀ ਲੈ ਕੇ ਆਈ ਸੀ? ਜਿਹੜੀ ਮੇਰੀ ਜਾਨ ਹੈਗੀ ਆ, ਮੇਰੀ ਜੂਲਰੀ ਜਿਹੜੀ ਹੈਗੀ ਆ, ਆਰਟੀਫਿਸ਼ੀਅਲ ਜੂਲਰੀ, ਉਹ ਸਾਰੀ ਮੈਂ ਮਤਲਬ ਸਾਰੀ ਨਹੀਂ, ਬਹੁਤ ਆਪਣੀ ਕਲੈਕਸ਼ਨ 'ਚੋਂ ਬਹੁਤ ਥੋੜ੍ਹੀ ਲੈ ਕੇ ਆਈ ਸੀ, ਬਟ ਉਹਨਾਂ ਦੇ ਹਿਸਾਬ ਨਾਲ ਇਹ ਬਹੁਤ ਜ਼ਿਆਦਾ ਸੀ। ਇਹ ਤੋਂ ਬਾਅਦ ਕੀ ਹੁੰਦਾ, ਮੇਰੇ ਤੋਂ ਅੱਗੇ ਜਿਹੜੀ ਕੁੜੀ ਹੁੰਦੀ ਆ ਉਹ ਵੀ ਇਕੱਲੀ ਸੀ, ਮੈਰਿਡ ਸੀ, ਅਤੇ ਲਗੇਜ ਖੁਲਵਾਇਆ। ਉਹਦੇ ਲਗੇਜ ਦੇ ਵਿੱਚ ਬਹੁਤ ਜ਼ਿਆਦਾ ਗੋਲਡ ਨਿਕਲਿਆ। ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਹਾਂ 4-5 ਉਹਦੇ ਕੋਲ ਸੈੱਟ ਸੀ, ਬੈਂਗਲ ਸੀ, ਅਤੇ ਬਹੁਤ ਜ਼ਿਆਦਾ ਮਤਲਬ ਗੋਲਡ ਕਹਿ ਸਕਦੇ ਕਿ ਜ਼ਿਆਦਾ ਸੀ ਉਹਨਾਂ ਦੇ ਅਕੋਰਡਿੰਗ। ਤਾਂ ਨਹੀਂ ਕੀ ਹੋਇਆ, ਉਹ ਸ਼ਾਇਦ
ਪ੍ਰੂਵ ਨਹੀਂ ਕਰ ਪਾਈ ਜਾਂ ਕੁਛ ਉਹਨਾਂ ਨੇ ਮੈਨੂੰ ਸੁਣਾਈ ਨਹੀਂ ਦੇ ਰਿਹਾ ਸੀ ਕੁਐਸਚਨ ਜੋ ਵੀ ਉਹਨੂੰ ਪੁੱਛ ਰਹੇ ਸੀ, ਬਟ ਉਹ ਕੁੜੀ ਬਹੁਤ ਜ਼ਿਆਦਾ ਘਬਰਾਈ ਹੋਈ ਸੀ। ਉਹਦੇ ਕਰਕੇ ਸੇਮ ਕੁੜੀ ਕਰਕੇ ਪਿੱਛੇ ਜਿਹੜੇ ਪੈਸੇਂਜਰ ਸੀ, ਮੈਂ ਵੀ ਸੀ, ਮੇਰੇ ਪਿੱਛੇ ਵੀ ਕਾਫੀ ਸੀ, ਉਹਨਾਂ ਨੂੰ 4-5 ਘੰਟੇ ਦਾ ਮਤਲਬ ਵੇਟ ਉੱਥੇ ਜਿਹੜਾ ਆ ਉਹ ਕਰਨਾ ਪਿਆ। ਤੇ ਉਹ ਵੇਟ ਜਿਹੜਾ ਸੀ, ਉਹ ਮੈਂਟਲ ਪ੍ਰੈਸ਼ਰ ਜਿਹੜਾ ਤੁਸੀਂ ਟਾਇਰਡ ਵੀ ਹੁੰਦੇ ਹੋ ਤੇ ਸਾਰਾ ਕੁਝ ਹੁੰਦਾ, ਉਹ 5 ਘੰਟੇ ਵੀ ਤੁਹਾਨੂੰ ਇੱਦਾਂ ਲੱਗਦੇ 5 ਦਿਨਾਂ ਵਰਗੇ ਲੱਗਦੇ ਆ। ਸੋ ਕੁੱਲ ਮਿਲਾ ਕੇ ਮੈਨੂੰ ਇੱਦਾਂ ਲੱਗਿਆ ਕਿ ਸ਼ਾਇਦ ਹਾਂ ਜਿਹੜੀ 골ਡ ਦੀ ਜੂਲਰੀ ਲੈ ਕੇ ਆਈ ਸੀ ਉਹਦੇ ਕਰਕੇ ਉਹਨੂੰ ਪ੍ਰੋਬਲਮ ਹੋਈ। ਤੇ ਐਂਡ ਦੇ ਵਿੱਚ ਕੀ ਸਿੱਟਾ ਨਿਕਲਿਆ, ਉਹਨਾਂ ਨੇ ਉਹਦੀ ਸਾਰੀ ਜੂਲਰੀ ਜਿਹੜੀ ਆ ਜ਼ਬਤ ਕਰ ਲਈ ਤੇ ਉਹਨੂੰ ਰਿਸੀਪਟ ਦੇਤੀ। ਜ਼ਬਤ ਮੀਨਸ ਕਿ ਉਹਨੂੰ ਫਾਈਨ ਪਾਤਾ। ਜਦੋਂ ਨੈਕਸਟ ਡੇ ਉਹ ਫਾਈਨ ਪੇ ਕਰਦੀ ਹੈ ਤੇ ਜੂਲਰੀ ਉਹਦੀ ਵਾਪਸ ਹੋ ਜਾਂਦੀ ਹੈ, ਯਾਨੀ ਕਿ ਕਸਟਮ ਦੇ ਵਿੱਚ ਉਹ ਫਸ ਗਈ। ਨਾਲ ਦੇ ਡੈਸਕ ਤੇ ਇੱਕ ਹੋਰ ਸੀ, ਫੋਰਨਰ ਸੀ, ਉਹ ਮੇਬੀ ਕਿਸੇ ਹੋਰ ਕੰਟਰੀ ਤੋਂ ਆਇਆ, ਕੈਨੇਡੀਅਨ ਹੋਣਾ ਆ ਤੇ ਇੰਡੀਅਨ ਨਹੀਂ ਸੀ ਉਹ। ਤੇ ਉਹਦੇ ਲਗੇਜ ਦੇ ਵਿੱਚ ਕਾਫੀ ਸਾਰੇ ਜਿੱਦਾਂ ਆਪਾਂ ਸੈਸ਼ੇ ਹੁੰਦੇ ਆ ਖਾਣ ਦੀ ਚੀਜ਼ਾਂ ਦੇ ਜਾਂ ਕੁਝ ਵੀ ਲੈ ਕੇ, ਸੈਸ਼ੇ ਬਲਕ ਦੇ ਵਿੱਚ ਉਹਨੇ ਪਾਏ ਹੋਏ ਸੀ ਤੇ ਉਹ ਕੀ ਕੀਤਾ ਵਿਚਾਰੇ ਦੇ ਸਾਰੇ ਸੈਸ਼ੇਸ ਕੱਢ ਕੇ ਨਾ ਗਾਰਬੇਜ ਕੀਤੇ। ਮੈਨੂੰ ਦੇਖ ਕੇ ਇੰਨਾ ਹੋਇਆ ਕਿ ਹਾਏ ਵਿਚਾਰੇ ਸਾਰਾ ਕੁਝ ਮਤਲਬ ਇੰਨੇ ਸ਼ੌਂਕ ਨਾਲ ਲੈ ਕੇ ਆਉਂਦੇ ਆ ਤਾਂ ਗਾਰਬੇਜ ਭਾਵੇਂ ਕੁਝ ਵੀ ਹੋਵੇ ਬਟ ਗਾਰਬੇਜ ਹੁੰਦੇ ਹੋਏ ਆਪਣੀ ਅੱਖਾਂ ਦੇ ਸਾਹਮਣੇ ਦੇਖਣਾ ਕਿੰਨਾ ਉਹ। ਸੇਮ ਟਾਈਮ ਮੈਨੂੰ ਕੀ ਟੈਨਸ਼ਨ ਪੈ ਗਈ, ਮੈਨੂੰ ਜੂਲਰੀ ਦਾ ਇੰਨਾ ਨਹੀਂ ਸੀ, ਮੈਨੂੰ ਆਪਣੀ ਮਹਿੰਗੀ ਚੀਜ਼ਾਂ ਦਾ ਇੰਨਾ ਡਰ ਨਹੀਂ ਸੀ। ਮੈਨੂੰ ਮੇਰੇ ਦਿਮਾਗ 'ਚ ਕੀ ਚੱਲ ਰਿਹਾ ਸੀ, ਉਹ ਸੈਸ਼ੇਸ ਉਹਦੇ ਜਿਹੜੇ ਗਾਰਬੇਜ ਕੀਤੇ ਆ ਉਹ ਦੇਖ ਕੇ ਮੇਰੇ ਦਿਮਾਗ 'ਚ ਚੱਲ ਰਿਹਾ ਸੀ ਕਿ ਮੈਂ ਸ਼ੈਂਪੂ ਲੈ ਕੇ ਆਈ ਸੀ 10-12 ਸੈਸ਼ੇ ਹੋਣੇ ਆ, ਮੈਂ ਤਾਂ ਲੈ ਕੇ ਆਈ ਸੀ ਕਿ ਚਲੋ ਜਾਂਦੇ ਸਾਰ ਤਾਂ ਆਪਾਂ ਨਹੀਂ ਸ਼ਾਪਿੰਗ ਕਰਦੇ ਹੈਗੇ ਹੈ ਨਾ, ਤੇ ਜਦੋਂ ਤੱਕ ਮੈਂ ਚੀਜ਼ਾਂ ਲਵਾਂਗੀ ਸ਼ੈਂਪੂ ਲਵਾਂਗੀ ਉਦੋਂ ਤੱਕ ਮੇਰੇ ਇਹ 1-2 ਵੀਕ ਲੰਘ ਜਾਣੇ ਆ, ਉਦੋਂ ਮੈਂ ਕੰਮ ਲੈ ਲੂੰਗੀ। ਮੈਨੂੰ ਇਹ ਟੈਨਸ਼ਨ ਸੀ ਕਿਤੇ ਮੇਰੇ ਉਹ ਸੈਸ਼ੇ ਨਾ ਗਾਰਬੇਜ ਹੋ ਜਾਣ। ਕਹਿੰਦੀ ਆ ਗਈ ਮੇਰੀ ਵਾਰੀ। ਸੋ ਮੈਂ ਕੌਨਫੀਡੈਂਟ ਸੀ, ਥੋੜ੍ਹਾ ਅੰਦਰ ਡਰ ਵੀ ਸੀ ਬਟ ਮੈਂ ਪੂਰਾ ਕੌਨਫੀਡੈਂਟ ਸੀ ਕਿ ਜਵਾਬ ਦਊਂਗੀ। ਉਹਨਾਂ ਨੇ ਕੁਐਸਚਨਸ ਪੁੱਛੇ ਮੈਨੂੰ, ਪੂਰੇ ਤਾਂ ਮੈਨੂੰ ਨਹੀਂ ਯਾਦ ਬਟ ਉਹਨਾਂ ਨੇ ਪਹਿਲਾਂ ਮੈਨੂੰ ਮੇਰੀ ਡਿਟੇਲਸ ਪੁੱਛੀਆਂ, ਮੇਰਾ ਨਾਮ, ਮੇਰੀ ਡੇਟ ਆਫ ਬਰਥ, ਪਲੇਸ ਆਫ ਬਰਥ ਤੇ ਮੈਰਿਡ ਹਾਂ ਮੈਂ, ਤੇ ਮੇਰੇ ਹਸਬੈਂਡ ਦੀ ਡਿਟੇਲਸ ਪੁੱਛੀਆਂ। ਉਹਨਾਂ ਨੇ ਇਹ ਵੀ ਮੈਨੂੰ ਕੁਐਸਚਨ ਕੀਤਾ ਸੀ ਕਿ ਤੁਹਾਡੇ ਹਸਬੈਂਡ ਕਿਉਂ ਨਹੀਂ ਆਏ ਤੁਹਾਡੇ ਨਾਲ। ਉਹਨੇ ਆਨਸਰ ਆਪ ਹੀ ਦਿੱਤਾ ਸੀ ਜਦੋਂ ਉਹਨੇ ਡਾਕੂਮੈਂਟਸ ਦੇਖੇ। ਮੈਂ ਇੰਦਰ ਦੇ ਵੀ ਡਾਕੂਮੈਂਟਸ ਆਪਣੇ ਦਿਖਾਏ ਤੇ ਉਹਨੂੰ ਲੱਗ ਗਿਆ ਕਿ ਜੌਬ ਕਰਕੇ ਜਾਂ ਜਿੱਦਾਂ ਵੀ ਉਹਨਾਂ ਨੇ ਵਰਕ ਕਰਕੇ ਉਹ ਨਹੀਂ ਆ ਪਾਏ। ਉਹਨੇ ਕੁਐਸਚਨ ਵੀ ਮੈਨੂੰ ਆਪ ਕੀਤਾ। ਜਦੋਂ ਮੈਂ ਉਹਨੂੰ ਡਾਕੂਮੈਂਟਸ ਦਿਖਾਏ ਉਹਨੇ ਕਹਿਤਾ ਕਿ ਹਾਂ ਹੀ ਮਸਟ ਬੀ ਸੀਰੀਅਸ ਅਬਾਊਟ ਹਿਸ ਵਰਕ। ਮੈਂ ਉਹਨੂੰ ਦੱਸਤਾ ਕਿ ਇਸ ਟਾਈਮ ਮੇਰੇ ਨਾਲ ਨਹੀਂ ਹੈਗੇ ਬਟ ਬਹੁਤ ਜਲਦੀ ਮੈਨੂੰ ਜੁਆਇਨ ਕਰਨਗੇ। ਬਹੁਤ ਹੀ ਕੌਨਫੀਡੈਂਸ ਦੇ ਨਾਲ ਮੈਂ ਬਹੁਤ ਆਰਾਮ ਨਾਲ ਉਹਨੂੰ ਮਤਲਬ ਕੁਐਸਚਨ ਦੇ ਆਨਸਰ ਕੀਤੇ, ਜੋ ਉਹਨੇ ਕੁਐਸਚਨਸ ਪੁੱਛੇ ਉਹ ਮੈਂ ਆਨਸਰ ਨਾਲ ਦੀ ਨਾਲ ਕਰਦੀ ਗਈ। ਤੇ ਹੁਣ ਵਾਰੀ ਉਹਨੇ ਮੈਨੂੰ ਇਹ ਕੁਐਸਚਨ ਪੁੱਛਿਆ ਕਿ ਤੁਸੀਂ ਆਪਣਾ ਲਗੇਜ ਜਿਹੜਾ ਆਪ ਪੈਕ ਕੀਤਾ। ਮੈਂ ਕਿਹਾ ਹਾਂਜੀ ਮੈਂ ਸ਼ੋਰ ਆਪ ਪੈਕ ਕੀਤਾ ਹੈ। ਤੇ ਉਹਨੇ ਮੈਨੂੰ ਪੁੱਛਿਆ ਕਿ ਫਿਰ ਤੁਹਾਨੂੰ ਪਤਾ ਹੋਣਾ ਕਿ ਤੁਸੀਂ ਕੀ ਚੀਜ਼ਾਂ ਇਹਦੇ ਵਿੱਚ ਪੈਕ ਕੀਤੀਆਂ। ਮੈਂ ਕਿਹਾ ਹਾਂਜੀ। ਉਸ ਤੋਂ ਬਾਅਦ ਜਿਹੜਾ ਮੇਰਾ ਬੈਗ ਹੈਗੇ ਸੀ, ਮੇਰੇ ਬੈਗਸ ਉਹ ਸਕੈਨਿੰਗ ਵਾਸਤੇ ਉਹਨੇ ਪਾ ਦਿੱਤੇ। ਸਕੈਨਿੰਗ ਦੇ ਵਿੱਚ ਪਾਉਂਦੇ ਸਾਰ ਹੀ ਉਹਨੇ ਮੈਨੂੰ ਪੁੱਛਿਆ ਮੈਨੂੰ ਜੂਲਰੀ ਦਿਖ ਰਹੀ ਹੈ, ਮੈਨੂੰ ਬੈਂਗਲਸ ਦਿਖ ਰਹੀ ਹੈਗੀ ਆ, ਇਹ ਕੀ ਚੀਜ਼ ਆ? ਕਹਿੰਦੇ ਕਿਹਦੀ ਆ ਇਹ ਜੂਲਰੀ? ਮੈਂ ਕਿਹਾ ਮੇਰੀ ਆ। ਕਹਿੰਦੇ 골ਡ ਆ ਕਿ ਆਰਟੀਫਿਸ਼ੀਅਲ? ਮੈਂ ਕਿਹਾ ਆਰਟੀਫਿਸ਼ੀਅਲ ਹੈਗੀ ਆ। ਕਿ ਗਿਫਟ ਵਾਸਤੇ ਹੈਗੀ ਆ ਕਿ ਤੁਹਾਡੀ ਪਰਸਨਲ? ਮੈਂ ਕਿਹਾ ਨਹੀਂ ਮੇਰੀ ਪਰਸਨਲ ਹੈਗੀ ਆ ਤੇ ਮੇਰੀ ਯੂਜ਼ਡ ਹੈਗੀ ਆ। ਮੈਂ ਉਹਨੂੰ ਕਲੀਅਰਲੀ ਦੱਸਿਆ ਕਿ ਮੇਰੀ ਯੂਜ਼ਡ ਜੂਲਰੀ ਹੈਗੀ ਆ, ਮੇਰੇ ਕੋਲ ਫੋਟੋਗ੍ਰਾਫਸ ਵੀ ਹੈਗੀਆਂ ਕਿ ਮੈਂ ਜੂਲਰੀ ਜਿੱਥੇ ਵੇਅਰ ਕੀਤੀ ਹੋਈ ਆ। ਸੋ ਗਾਈਜ਼ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦੇਵਾਂ ਕਿ ਜਦੋਂ ਵੀ ਤੁਸੀਂ ਜੂਲਰੀ ਲੈ ਕੇ ਆਣੀ ਤੁਸੀਂ ਨੋ ਡਾਊਟ ਲੈ ਕੇ ਆ ਸਕਦੇ ਹੋ। ਬਹੁਤ ਜ਼ਿਆਦਾ ਬਲਕ ਦੇ ਵਿੱਚ ਨਹੀਂ ਹੋਣੀ ਚਾਹੀਦੀ, ਚਾਹੇ ਉਹ ਆਰਟੀਫਿਸ਼ੀਅਲ ਹੈਗੀ ਆ ਚਾਹੇ ਉਹ 골ਡ ਦੀ ਹੈਗੀ ਆ। ਜੇਕਰ ਤੁਸੀਂ 골ਡ ਜੂਲਰੀ ਲੈ ਕੇ ਆਉਂਦੇ ਹੋ ਤੁਹਾਡੇ ਕੋਲ ਉਹਦੇ ਬਿਲਸ ਹੋਣੇ ਚਾਹੀਦੇ ਆ। ਮੀਨਸ ਜਿਹੜੇ ਜੂਲਰ ਤੋਂ ਤੁਸੀਂ ਲੈ ਕੇ ਆਏ ਹੋ ਤੁਹਾਡੇ ਕੋਲ ਪ੍ਰੂਫ ਹੋਣਾ ਚਾਹੀਦਾ ਕਿ ਇਹ ਜੂਲਰੀ ਜਿਹੜੀ ਆ ਉਹ ਤੁਹਾਡੀ ਆ। ਇੱਥੇ ਆ ਕੇ ਤੁਸੀਂ ਉਹਨੂੰ ਰੀਸੇਲ ਨਹੀਂ ਕਰੋਗੇ ਜਾਂ ਮਤਲਬ ਇਹਦਾ ਗਲਤ ਯੂਜ਼ ਨਹੀਂ ਕਰੋਗੇ। ਜੇਕਰ ਫੋਟੋਗ੍ਰਾਫਸ ਹੈਗੀਆਂ ਤੁਹਾਡੀ ਜੂਲਰੀ ਪਾਏ ਹੋਏ, ਜੂਲਰੀ ਵੇਅਰ ਕੀਤੇ ਹੋਏ, ਤੁਸੀਂ ਉਹ ਵੀ ਉਹਨੂੰ ਦਿਖਾ ਸਕਦੇ ਹੋ ਜੇਕਰ ਉਹ ਤੁਹਾਨੂੰ ਕੁਐਸਚਨਸ ਕਰਦੇ ਆ। ਜੇਕਰ ਆਰਟੀਫਿਸ਼ੀਅਲ ਜੂਲਰੀ ਦੀ ਗੱਲ ਕਰਾਂ ਮੈਂ ਸੇਮ ਆ, ਤੁਸੀਂ ਦੱਸ ਸਕਦੇ ਹੋ ਕਿ ਮੇਰੀ ਆਰਟੀਫਿਸ਼ੀਅਲ ਜੂਲਰੀ ਆ ਤੇ ਰੀਜ਼ਨ ਤੁਸੀਂ ਦੱਸ ਸਕਦੇ ਹੋ ਕਿ ਕਿਉਂ ਜੂਲਰੀ ਲੈ ਕੇ ਆਏ ਹੋ। ਮੇਰੇ ਕੋਲ ਤਾਂ ਕੁਐਸਚਨ ਰੀਜ਼ਨ ਹੈਗੇ ਸੀ, ਮੈਂ ਪੂਰੀ ਪ੍ਰੀਪੇਅਰਡ ਸੀ ਕਿ ਜੇਕਰ ਉਹਨੇ ਮੈਨੂੰ ਪੁੱਛਿਆ ਕਿ ਕਿਉਂ ਤੁਸੀਂ ਜੂਲਰੀ ਲੈ ਕੇ ਆਏ ਹੋ ਮੈਂ ਦੱਸਣਾ ਹੀ ਸੀ ਕਿ ਜੂਲਰੀ ਨਾਲ ਮੈਨੂੰ ਪਿਆਰ ਹੈ, ਮੈਂ ਮਤਲਬ ਵੀਡੀਓਜ਼ ਵਗੈਰਾ ਬਣਾਉਂਦੀ ਹਾਂ, ਮੈਂ ਯੂਟਿਊਬਰ ਹਾਂ। ਸਕਦੀ ਸੀ ਕਿ ਇਹ ਯੂਜ਼ ਲਈ ਮੈਂ ਆਪਣੀ ਜੂਲਰੀ ਜਿਹੜੀ ਆ ਲੈ ਕੇ ਆ ਰਹੀ ਹਾਂ। ਕੁਝ ਟ੍ਰੈਡੀਸ਼ਨਲ ਜੂਲਰੀ ਮੇਰੀ ਹੈਗੀ ਆ ਜਿਨ੍ਹਾਂ ਨੂੰ ਮੈਨੂੰ ਅਲੱਗ ਲਗਾਵ ਹੈਗਾ। ਸੋ ਇਸ ਤਰੀਕੇ ਨਾਲ ਤੁਸੀਂ ਕੁਐਸਚਨਸ ਦੇ ਜਿਹੜੇ ਆਨਸਰ ਬਹੁਤ ਕੌਨਫੀਡੈਂਟਲੀ ਦੇਣੇ ਹੁੰਦੇ ਆ। ਇਹ ਪੂਰਾ ਟਾਈਮ ਕਰਦੇ ਕਰਦੇ ਆਲਮੋਸਟ ਮੈਨੂੰ 5 ਤੋਂ 6 ਘੰਟੇ ਲੱਗ ਗਏ ਸੀ। ਜਿਹੜੇ ਮੈਨੂੰ ਲੈਣ ਆਏ ਹੋਏ ਸੀ ਬਾਹਰ ਉਹ ਮੈਨੂੰ ਬਾਰ-ਬਾਰ ਜਿਹੜਾ ਕਾਲਸ ਕਰਕੇ ਪੁੱਛ ਰਹੇ ਸੀ ਕਿ ਹੋਇਆ ਕਲੀਅਰ ਕਿ ਨਹੀਂ ਹੋਇਆ, ਹੋਇਆ ਕਲੀਅਰ ਕਿ ਨਹੀਂ ਹੋਇਆ। ਬਟ ਕਰਦੇ ਕਰਦੇ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਸੀ। ਮੈਂ ਮੇਰੇ ਖਿਆਲ ਆਫਟਰਨੂਨ ਦੇ ਵਿੱਚ ਲੈਂਡ ਕਰ ਗਈ ਸੀ ਬਟ ਕਰਦੇ ਕਰਦੇ ਸ਼ਾਮ ਮੈਨੂੰ ਘਰੇ ਪਹੁੰਚਦੇ 9 ਵੱਜ ਗਏ ਸੀ। ਉਹ ਆਲਮੋਸਟ ਲਾ ਲਓ 5 ਤੋਂ 6 ਘੰਟੇ ਮੈਨੂੰ
ਕਸਟਮ ਦੇ ਵਿੱਚ ਹੀ ਲੱਗ ਗਏ ਸੀ। ਤਾਂ ਸਟੂਡੈਂਟਸ ਹੋ ਗਏ ਕਾਫੀ, ਪਹਿਲੀ ਵਾਰੀ ਜਾਂਦੇ ਆ ਸਟੂਡੈਂਟ, ਤਾਂ ਜੁਐਲਰੀ ਇੰਨੀ ਨਹੀਂ ਲੈ ਕੇ ਆਉਂਦੇ, ਬਟ ਓਬਵੀਅਸਲੀ ਜੇਕਰ ਤੁਸੀਂ ਮੈਰਿਡ ਹੋ ਕਿਸੇ ਵੀ ਵੀਜ਼ੇ ਤੇ ਤੁਸੀਂ ਗੋਲਡ ਲੈ ਕੇ ਆਉਣਾ ਹੈ, ਤੁਹਾਡੇ ਕੋਲ ਗੋਲਡ ਦੇ ਪ੍ਰੂਫ ਹੋਣੇ ਚਾਹੀਦੇ ਆ। ਮੇਕ ਸ਼ੋਰ ਕਰਿਆ ਕਰੋ ਕਿ ਜ਼ਿਆਦਾ ਨਾ ਆਪਾਂ ਗੋਲਡ ਲੈ ਕੇ ਆਈ, ਕਿਉਂਕਿ ਕਿਸਮਤ ਤੇ ਡਿਪੈਂਡ ਕਰਦਾ ਹੈ। ਕਈ ਵਾਰੀ ਆਪਾਂ ਨਿਕਲ ਵੀ ਜਾਂਦੇ ਆ, ਕਿਉਂਕਿ ਮੇਰੇ ਤੋਂ ਅੱਗੇ ਕਾਫੀ ਸਾਰੇ ਲੋਕ ਸੀ ਜਿਹੜੇ ਮਤਲਬ ਬਿਨਾਂ ਕਸਟਮ ਹੁੰਦੇ ਹੋਏ, ਬਿਨਾਂ ਉਹਨਾਂ ਨਾਲ ਇਮੀਗ੍ਰੇਸ਼ਨ ਹੋਈ ਤੇ ਨਾਲ ਦੀ ਨਾਲ ਉਹਨਾਂ ਨੇ ਐਗਜ਼ਿਟ ਕਰ ਲਿਆ। ਇਹ ਸਾਡੀ ਕਿਸਮਤ ਤੇ ਡਿਪੈਂਡ ਕਰਦਾ ਕਿ ਕਿਹੜੇ ਕਿਹੜੇ ਸਟੈਪਸ ਤੋਂ ਨਿਕਲਣਾ ਹੁੰਦਾ ਆ। ਸੋ ਜੇਕਰ ਉਹਨਾਂ ਨੂੰ ਡਾਊਟ ਹੁੰਦਾ ਹੈ, ਉਹ ਕਿਸੇ ਵੀ ਰੈਂਡਮ ਬੰਦੇ ਨੂੰ ਚੂਜ਼ ਕਰਕੇ ਉਹਨੂੰ ਭੇਜ ਸਕਦੇ ਆ ਕਸਟਮ ਦੇ ਉੱਤੇ, ਤੇ ਉੱਥੇ ਤੁਹਾਨੂੰ ਜਿਹੜਾ ਹੈ ਇਕੱਲੀ ਚੀਜ਼ ਦਾ ਜਿਹੜਾ ਜਵਾਬ ਦੇਣਾ ਪੈਂਦਾ ਕਿ ਤੁਹਾਡੇ ਲਗੇਜ ਦੇ ਵਿੱਚ, ਕਿਉਂਕਿ ਹਰ ਚੀਜ਼ ਤੁਹਾਡੇ ਬੈਗਸ ਜਿਹੜੇ ਆ ਸਕੈਨ ਹੁੰਦੇ ਆ। ਤੁਸੀਂ ਪ੍ਰਿਪੇਅਰ ਹੋ ਕੇ ਘਰ ਤੋਂ ਹੀ ਜਾਇਆ ਕਰੋ, ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਜਿਹੜੇ ਵੀ ਤੁਹਾਡੇ ਬੈਗ ਦੇ ਵਿੱਚ ਚੀਜ਼ਾਂ ਹੈਗੀਆਂ ਉਹ ਕੀ ਹੈਗੀਆਂ, ਕਿਉਂ ਤੁਸੀਂ ਲੈ ਕੇ ਆ ਰਹੇ ਹੋ। ਜਰੂਰੀ ਤੁਹਾਡੇ ਕੋਲ ਬਿਲਸ ਹੋਣੇ ਚਾਹੀਦੇ ਆ। ਆਰਟੀਫਿਸ਼ੀਅਲ ਜੂਲਰੀ ਆ ਤੁਸੀਂ ਪਾਈ ਹੋਈ ਆ, ਜੇ ਨਹੀਂ ਵੀ ਪਾਈ ਹੋਈ ਨਵੀਂ ਜੂਲਰੀ ਤੁਸੀਂ ਜ਼ਿਆਦਾ ਨਾ ਲੈ ਕੇ ਆਇਆ ਕਰੋ, ਬਹੁਤ ਹੀ ਜ਼ਿਆਦਾ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਡਾਊਟ ਹੋ ਜਾਂਦਾ ਕਿ ਮੇਬੀ ਇਹ ਇੱਥੇ ਆ ਕੇ ਸੇਲ ਕਰਨਗੇ ਜਾਂ ਇਹ ਤੋਂ ਕੋਈ ਹੋਰ ਬੈਨੀਫਿਟ ਲੈਣਗੇ। ਸੋ ਇਸ ਕਰਕੇ ਉਹ ਕਸਟਮ ਪਾ ਦਿੰਦੇ ਆ, ਫਾਈਨ ਪਾ ਦਿੰਦੇ ਆ, ਤੁਹਾਡੀ ਜੂਲਰੀ ਵੀ ਜ਼ਬਤ ਹੋ ਸਕਦੀ ਹੈ, ਜਾਂ ਤੁਹਾਨੂੰ ਫਾਈਨ ਪਾ ਦਿੰਦੇ ਆ ਕਿ ਤੁਸੀਂ ਇੰਨੇ ਡਾਲਰ ਜਿਹੜੇ ਆ 100 ਜਾਂ 1000 ਦੇ ਵਿੱਚ ਹੁੰਦੇ ਆ, ਤੁਸੀਂ ਉਹ ਪੇ ਕਰਨੇ ਤਾਂ ਤੁਹਾਨੂੰ ਜੂਲਰੀ ਤੁਹਾਡੀ ਵਾਪਸ ਮਿਲੂਗੀ। ਸੋ ਇਹ ਚੀਜ਼ਾਂ ਦਾ ਤੁਸੀਂ ਧਿਆਨ ਰੱਖਿਆ ਕਰੋ ਕਿ ਅਚਾਰ ਹੋ ਗਿਆ, ਪਿੰਨੀਆਂ ਹੋ ਗਈਆਂ, ਤੇ ਹੋਰ ਦਾਲਾਂ ਦੂਲਾਂ ਹੋ ਗਈਆਂ, ਸਾਰਾ ਕੁਝ ਇੱਥੋਂ ਮਿਲਦਾ ਆ। ਜੇਕਰ ਤੁਸੀਂ ਪਹਿਲੀ ਵਾਰੀ ਆ ਰਹੇ ਹੋ ਤੁਸੀਂ ਲਿਆ ਸਕਦੇ ਹੋ, ਤੁਹਾਨੂੰ ਨਹੀਂ ਪਤਾ ਹੁੰਦਾ, ਬਟ ਇਹ ਚੀਜ਼ਾਂ ਸਾਰਾ ਕੁਝ ਅਚਾਰ ਵਗੈਰਾ ਲਿਆਉਣ ਦਾ ਇੱਥੇ ਕੋਈ ਫਾਇਦਾ ਨਹੀਂ ਹੁੰਦਾ, ਸਾਰਾ ਕੁਝ ਇੱਥੇ ਮਿਲਦਾ ਹੈ। ਹਾਂ ਤੁਸੀਂ ਪਿੰਨੀਆਂ ਲਿਆ ਸਕਦੇ ਹੋ, ਬਟ ਤੁਹਾਨੂੰ ਪ੍ਰਿਪੇਅਰ ਹੋਣਾ ਪੈਣਾ, ਤੁਹਾਨੂੰ ਦੱਸਣਾ ਪੈਣਾ ਹੈ ਕਿ ਇਹਦੇ ਵਿੱਚ ਕੀ ਹੈਗਾ ਹੈ, ਕਿਹੜੀ ਚੀਜ਼ ਨਾਲ ਬਣੀ ਹੋਈ ਆ ਇਹ, ਤੁਹਾਨੂੰ ਉਹ ਪੂਰੀ ਉਹਦੀ ਡਿਟੇਲਸ ਦੇਣੀਆਂ ਪੈ ਸਕਦੀਆਂ ਜੇ ਤੁਹਾਨੂੰ ਉਹ ਕੁਐਸਚਨ ਪੁੱਛਦੇ, ਕਿਉਂਕਿ ਜ਼ਰੂਰੀ ਆ ਕਿ ਉਹਨਾਂ ਨੂੰ ਵੀ ਪਤਾ ਕਿ ਕੋਈ ਇਹੋ ਜਿਹੀ ਚੀਜ਼, ਨਸ਼ੀਲੀ ਚੀਜ਼ ਜਾਂ ਕੋਈ ਇਹੋ ਜਿਹੀ ਚੀਜ਼ ਨਾ ਆ ਜਾਏ ਤੁਹਾਡੇ ਜ਼ਰੀਏ ਜਿਹੜਾ ਕਿ ਉਹਨਾਂ ਦੇ ਦੇਸ਼ ਦੇ ਵਿੱਚ ਜਾਂ ਕਿਤੇ ਵੀ ਜਾ ਕੇ ਕੋਈ ਨੁਕਸਾਨ ਕਰ ਸਕੇ। ਮੇਰਾ ਇਮੀਗ੍ਰੇਸ਼ਨ ਦਾ ਐਕਸਪੀਰੀਅੰਸ ਤੁਸੀਂ ਧਿਆਨ ਰੱਖਿਆ ਕਰੋ। ਇਮੀਗ੍ਰੇਸ਼ਨ ਦੇ ਵਿੱਚ ਹੁਣ ਮੈਂ ਕੁਐਸਚਨਸ ਤੁਹਾਨੂੰ ਦੱਸਦੀ ਹਾਂ ਕਿ ਕਿਹੜੇ ਉਹ ਪੁੱਛ ਸਕਦੇ। ਜਿੱਦਾਂ ਕਿ ਸਟੂਡੈਂਟਸ ਆਉਂਦੇ ਆ, ਉਹ ਤੁਹਾਨੂੰ ਪੁੱਛ ਸਕਦੇ ਆ ਤੁਹਾਡੀ ਸਟੱਡੀ ਬਾਰੇ, ਤੁਹਾਡੇ ਕਾਲਜ ਬਾਰੇ, ਪਿਛਲੇ ਕਾਲਜ ਬਾਰੇ, ਤੇ ਅਗਲੇ ਜਿਹੜਾ ਤੁਹਾਡਾ ਨਵਾਂ ਕਾਲਜ ਆ ਉਹਦੇ ਬਾਰੇ ਪੁੱਛ ਸਕਦੇ, ਤੁਹਾਡੀ ਸਟੱਡੀਜ਼ ਬਾਰੇ ਪੁੱਛ ਸਕਦੇ ਆ ਕਿ ਪਿੱਛੇ ਤੁਸੀਂ ਕਿਹੜੀ ਸਟੱਡੀਜ਼ ਕਰਕੇ ਆਏ ਹੋ, ਅੱਗੇ ਤੁਸੀਂ ਕਿਹੜੀ ਸਟੱਡੀਜ਼ ਲੈ ਰਹੇ ਹੋ, ਤੁਸੀਂ ਕਿਉਂ, ਇਹ ਵੀ ਪੁੱਛ ਸਕਦੇ ਕਿ ਤੁਸੀਂ ਕਿਉਂ ਕੈਨੇਡਾ ਦੇ ਵਿੱਚ ਆ ਰਹੇ ਹੋ, ਜਾਂ ਤੁਸੀਂ ਕਿਉਂ ਇਹ ਕਾਲਜ ਜਾਂ ਇਹ ਸਟਰੀਮ ਚੁਣੀ ਆ, ਇੱਦਾਂ ਦੇ ਕੁਐਸਚਨਸ ਉਹ ਪੁੱਛ ਸਕਦੇ ਆ। ਸੋ ਉਹ ਬੇਸਿਕ ਚੀਜ਼ਾਂ ਆ, ਉਹ ਬੇਸਿਕ ਚੀਜ਼ਾਂ ਦੀ ਸਾਨੂੰ ਨੌਲੇਜ ਹੋਣੀ ਚਾਹੀਦੀ ਆ। ਹੁੰਦਾ ਆ ਕਿ ਆਪਾਂ ਨਰਵਸ ਹੋ ਜਾਂਦੇ ਆ, ਬਟ ਨਰਵਸ ਹੋਣਾ ਤੇ ਕੌਨਫੀਡੈਂਟਲੀ ਉਹਨਾਂ ਨੂੰ ਆਨਸਰ ਕਰਨਾ ਉਹ ਵੀ ਬਹੁਤ ਜ਼ਿਆਦਾ ਜ਼ਰੂਰੀ ਆ। ਇਸ ਚੀਜ਼ਾਂ ਦਾ ਤੁਸੀਂ ਧਿਆਨ ਰੱਖਿਆ ਕਰੋ। ਮੈਂ ਉਮੀਦ ਕਰਦੀ ਹਾਂ ਕਿ ਮੇਰਾ ਇਹ ਵਲੌਗ ਤੁਹਾਡੇ ਵਾਸਤੇ ਥੋੜ੍ਹਾ ਹੈਲਪਫੁਲ ਹੋਏਗਾ, ਤੁਹਾਨੂੰ ਕੁਛ ਨਾ ਕੁਛ ਇਨਫੋਰਮੇਸ਼ਨ ਜ਼ਰੂਰ ਮਿਲੀ ਹੋਏਗੀ। ਤੁਹਾਡੀ ਕੋਈ ਹੋਰ ਕੁਐਰੀਜ਼ ਹੈਗੀ ਹੈ, ਤੁਸੀਂ ਹੋਰ ਕਿਸੇ ਟੌਪਿਕ 'ਤੇ ਚਾਹੁੰਦੇ ਹੋ ਕਿ ਮੈਂ ਵਲੌਗ ਜਿਹੜਾ ਆ ਜਾਂ ਬਣਾਵਾਂ ਜਾਂ ਆਪਣਾ ਐਕਸਪੀਰੀਅੰਸ ਸ਼ੇਅਰ ਕਰਾਂ, ਤੁਸੀਂ ਉਹ ਵੀ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਦੱਸ ਸਕਦੇ ਹੋ। ਲਾਈਕ ਕਮੈਂਟ ਜ਼ਰੂਰ ਕਰ ਦਿਆ ਕਰੋ। ਬਾਏ।